ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਕਦੇ ਸੋਚਿਆ ਹੈ ਕਿ ਜੋ ਰੋਟੀ ਦਾ ਟੁਕੜਾ ਆਪਾਂ ਖਾਂਦੇ ਹਾਂ ਉਹ ਸਰੀਰ ਦੇ ਅੰਦਰ ਜਾ ਕੇ ਤਾਕਤ ਕਿਵੇਂ ਬਣ ਜਾਂਦਾ ਹੈ? ਅੱਜ ਆਪਾਂ ਐਸੇ ਸਫ਼ਰ ਤੇ ਚੱਲਾਂਗੇ, ਆਪਣੇ ਭੋਜਨ ਦੀ ਪਲੇਟ ਤੋਂ ਲੈ ਕੇ ਆਪਣੇ ਸਰੀਰ ਦੇ ਉਹਨਾਂ ਅਰਬਾਂ ਖਰਬਾਂ ਨਿੱਕੇ-ਨਿੱਕੇ ਸੈੱਲਾਂ ਤੱਕ ਜਿਹੜੇ ਸਾਨੂੰ ਜਿਉਂਦਾ ਰੱਖਦੇ ਨੇ। ਤਾਂ ਚਲੋ ਜੀਵਨ ਦੇ ਇਸ ਵਿਗਿਆਨ ਨੂੰ ਬਿਲਕੁਲ ਸੌਖੇ ਤਰੀਕੇ ਨਾਲ ਸਮਝਦੇ ਹਾਂ। ਤਾਂ ਸਵਾਲ ਇਹੀ ਹੈ ਕਿ ਆਪਣੇ ਭੋਜਨ ਵਿੱਚ ਅਸਲ ਵਿੱਚ ਹੈ ਕੀ? ਇਹ ਉਹ ਕਿਹੜੀ ਚੀਜ਼ ਹੈ ਜੋ ਸਾਡੇ ਸਰੀਰ ਦੀਆਂ ਲੱਖਾਂ ਛੋਟੀਆਂ-ਛੋਟੀਆਂ ਫੈਕਟਰੀਆਂ ਯਾਨੀ ਸਾਡੇ ਸੈੱਲਾਂ ਨੂੰ ਚਲਾਉਂਦੀ ਹੈ ਤੇ ਊਰਜਾ ਦਿੰਦੀ ਹੈ? ਆਓ ਅੱਜ ਇਸ ਰਾਜ਼ ਤੋਂ ਪਰਦਾ ਚੁੱਕੀਏ ਤੇ ਇਸ ਪੂਰੀ ਕਹਾਣੀ ਨੂੰ ਸਮਝੀਏ। ਆਪਣਾ ਅੱਜ ਦਾ ਸਫ਼ਰ ਕੁਝ ਇਸ ਤਰ੍ਹਾਂ ਦਾ ਰਹੇਗਾ। ਸਭ ਤੋਂ ਪਹਿਲਾਂ ਆਪਾਂ ਭੋਜਨ ਦੇ ਸਰੋਤਾਂ ਨੂੰ ਸਮਝਾਂਗੇ, ਫਿਰ ਉਸ ਦੇ ਅੰਦਰ ਦੇ ਪੋਸ਼ਕ ਤੱਤਾਂ ਦੀ ਜਾਂਚ ਕਰਾਂਗੇ। ਇਸ ਤੋਂ ਬਾਅਦ ਆਪਾਂ ਸੈੱਲਾਂ ਦੀ ਦੁਨੀਆ ਵਿੱਚ ਜਾਵਾਂਗੇ, ਆਪਣੇ ਆਲੇ-ਦੁਆਲੇ ਦੇ ਸੂਖਮ ਜੀਵਾਂ ਯਾਨੀ ਰੋਗਾਣੂਆਂ ਦੇ ਰਾਜ਼ ਜਾਣਾਂਗੇ, ਸਾਹ ਤੇ ਊਰਜਾ ਦੇ ਰਿਸ਼ਤੇ ਨੂੰ ਸਮਝਾਂਗੇ ਤੇ ਅਖੀਰ ਵਿੱਚ ਜੀਵਨ ਦੇ ਚੱਕਰ ਯਾਨੀ ਪ੍ਰਜਨਨ ਤੇ ਗੱਲ ਕਰਾਂਗੇ। ਤਾਂ ਫਿਰ ਸ਼ੁਰੂ ਕਰਦੇ ਹਾਂ ਆਪਣੀ ਯਾਤਰਾ ਦਾ ਪਹਿਲਾ ਪੜਾਅ, ਸਾਡਾ ਭੋਜਨ। ਇਹ ਆਉਂਦਾ ਕਿੱਥੋਂ ਹੈ ਤੇ ਇਸ ਦੇ ਅੰਦਰ ਉਹ ਕਿਹੜੇ ਜ਼ਰੂਰੀ ਤੱਤ ਨੇ ਜਿਹੜੇ ਸਾਨੂੰ ਚਲਾਉਂਦੇ ਨੇ? ਦੇਖੋ, ਆਪਣਾ ਭੋਜਨ ਮੁੱਖ ਤੌਰ ਤੇ ਦੋ ਥਾਵਾਂ ਤੋਂ ਆਂਦਾ ਹੈ, ਪੌਦਿਆਂ ਤੋਂ ਤੇ ਜਾਨਵਰਾਂ ਤੋਂ। ਪੌਦਿਆਂ ਦੀ ਗੱਲ ਕਰੀਏ ਤਾਂ ਆਪਾਂ ਜੜਾਂ ਜਿਵੇਂ ਗਾਜਰ, ਪੱਤੇ ਜਿਵੇਂ ਪਾਲਕ ਤੇ ਫੁੱਲ ਜਿਵੇਂ ਫੁੱਲ ਗੋਭੀ ਖਾਂਦੇ ਹਾਂ। ਪਰ ਇੱਥੇ ਇੱਕ ਬੜੀ ਮਜ਼ੇਦਾਰ ਗੱਲ ਹੈ ਜਿਹੜੀ ਅਕਸਰ ਪੇਪਰਾਂ ਵਿੱਚ ਪੁੱਛੀ ਜਾਂਦੀ ਹੈ। ਕੀ ਜਾਣਦੇ ਹੋ ਕਿ ਆਲੂ ਇੱਕ ਜੜ ਨਹੀਂ ਸਗੋਂ ਇੱਕ ਤਣਾ ਹੈ? ਵਿਗਿਆਨ ਦੀ ਭਾਸ਼ਾ 'ਚ ਇਸ ਨੂੰ ਮੋਡੀਫਾਈਡ ਸਟੈਮ ਕਹਿੰਦੇ ਨੇ। ਇਸੇ ਤਰ੍ਹਾਂ ਟਮਾਟਰ ਵਿਗਿਆਨ ਦੀ ਨਜ਼ਰ ਵਿੱਚ ਇੱਕ ਫਲ ਹੈ, ਸਬਜ਼ੀ ਨਹੀਂ। ਦੂਜੇ ਪਾਸੇ ਜਾਨਵਰਾਂ ਤੋਂ ਸਾਨੂੰ ਦੁੱਧ, ਅੰਡੇ ਤੇ ਮਾਂਸ ਮਿਲਦਾ ਹੈ ਤੇ ਸ਼ਹਿਦ ਉਹ ਮਧੂਮੱਖੀਆਂ ਦੀ ਮਿਹਨਤ ਦਾ ਨਤੀਜਾ ਹੈ ਜੋ ਫੁੱਲਾਂ ਦੇ ਮਿੱਠੇ ਰਸ ਜਿਸ ਨੂੰ ਮਕਰੰਦ ਯਾਨੀ ਨੈਕਟਰ ਕਹਿੰਦੇ ਹਨ ਤੋਂ ਤਿਆਰ ਹੁੰਦਾ ਹੈ। ਹੁਣ ਭਾਵੇਂ ਭੋਜਨ ਪੌਦਿਆਂ ਤੋਂ ਆਵੇ ਜਾਂ ਜਾਨਵਰਾਂ ਤੋਂ, ਉਸ ਦੇ ਅੰਦਰ 5 ਮੁੱਖ ਪੋਸ਼ਕ ਤੱਤ ਜਿਨ੍ਹਾਂ ਨੂੰ ਅੰਗਰੇਜ਼ੀ 'ਚ ਨਿਊਟ੍ਰੀਐਂਟਸ ਕਹਿੰਦੇ ਨੇ ਹੁੰਦੇ ਹੀ ਹੁੰਦੇ ਨੇ। ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ ਤੇ ਖਣਿਜ। ਇਨ੍ਹਾਂ ਸਾਰਿਆਂ ਦਾ ਆਪਣੇ ਸਰੀਰ ਵਿੱਚ ਇੱਕ ਖਾਸ ਤੇ ਬਹੁਤ ਜ਼ਰੂਰੀ ਰੋਲ ਹੈ। ਵਿਦਿਆਰਥੀਓ, ਜੇਕਰ ਤੁਹਾਨੂੰ ਸਾਡੀਆਂ ਇਹ ਕਲਾਸਾਂ ਪਸੰਦ ਆ ਰਹੀਆਂ ਹਨ ਤਾਂ ਯਕੀਨ ਮੰਨੋ ਤੁਹਾਨੂੰ ਸਾਡੀ ਮੌਕ ਟੈਸਟ ਸੀਰੀਜ਼ ਵੀ ਬਹੁਤ ਪਸੰਦ ਆਵੇਗੀ। ਇਸ ਦੇ ਕੁਝ ਸੈਂਪਲ ਦੇਖਣ ਲਈ ਸਾਡੇ ਟੈਲੀਗ੍ਰਾਮ ਚੈਨਲ ਤੇ ਜਾਓ, ਜਿਸ ਦਾ ਲਿੰਕ ਤੁਹਾਨੂੰ ਹੇਠਾਂ ਡਿਸਕ੍ਰਿਪਸ਼ਨ ਅਤੇ ਪਿਨ ਕੀਤੇ ਕਮੈਂਟ ਸੈਕਸ਼ਨ ਵਿੱਚ ਮਿਲ ਜਾਵੇਗਾ। ਚਲੋ ਪਹਿਲਾਂ ਗੱਲ ਕਰਦੇ ਹਾਂ ਊਰਜਾ ਦੇਣ ਵਾਲਿਆਂ ਦੀ। ਕਾਰਬੋਹਾਈਡਰੇਟ, ਜਿਸ ਨੂੰ ਅੰਗਰੇਜ਼ੀ ਵਿੱਚ ਕਾਰਬੋਹਾਈਡਰੇਟਸ ਕਹਿੰਦੇ ਨੇ, ਆਪਣੇ ਸਰੀਰ ਲਈ ਊਰਜਾ ਦਾ ਮੁੱਖ ਸਰੋਤ ਨੇ। ਇਹ ਸਾਨੂੰ ਸਟਾਰਚ ਤੇ ਸ਼ੂਗਰ ਦੇ ਰੂਪ ਵਿੱਚ ਚੌਲਾਂ, ਕਣਕ ਤੇ ਆਲੂ ਤੋਂ ਮਿਲਦੇ ਨੇ। ਫਿਰ ਆਉਂਦੀ ਹੈ ਚਰਬੀ ਯਾਨੀ ਫੈਟਸ। ਹੁਣ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਜਿਹੜੀ ਪਰੀਖਿਆ ਲਈ ਵੀ ਬਹੁਤ ਮਹੱਤਵਪੂਰਨ ਹੈ ਕਿ ਚਰਬੀ ਸਾਨੂੰ ਕਾਰਬੋਹਾਈਡਰੇਟ ਨਾਲੋਂ ਲਗਭਗ ਦੁੱਗਣੀ ਊਰਜਾ ਦਿੰਦੀ ਹੈ। ਪਰ ਧਿਆਨ ਰੱਖਣਾ, ਜੇ ਇਹ ਲੋੜ ਤੋਂ ਵੱਧ ਹੋ ਜਾਵੇ ਤਾਂ ਸਰੀਰ ਵਿੱਚ ਜਮ੍ਹਾਂ ਹੋ ਕੇ ਮੋਟਾਪੇ ਯਾਨੀ ਓਬੇਸਿਟੀ ਦਾ ਕਾਰਨ ਬਣ ਸਕਦੀ ਹੈ। ਊਰਜਾ ਤੋਂ ਇਲਾਵਾ ਸਾਡੇ ਕੋਲ ਨੇ ਪ੍ਰੋਟੀਨ ਯਾਨੀ ਪ੍ਰੋਟੀਨਸ। ਇਹਨਾਂ ਨੂੰ ਸਰੀਰ ਨਿਰਮਾਣ ਭੋਜਨ ਅੰਗਰੇਜ਼ੀ 'ਚ ਬਾਡੀ ਬਿਲਡਿੰਗ ਫੂਡ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਰੀਰ ਦੇ ਵਾਧੇ ਅਤੇ ਟੁੱਟੇ ਭੱਜੇ ਸੈੱਲਾਂ ਦੀ ਮੁਰੰਮਤ ਲਈ ਬੇਹੱਦ ਜ਼ਰੂਰੀ ਨੇ। ਫਿਰ ਆਉਂਦੇ ਨੇ ਵਿਟਾਮਿਨ ਤੇ ਖਣਿਜ, ਜਿਨ੍ਹਾਂ ਦਾ ਨਾਂ ਹੈ ਸੁਰੱਖਿਆ ਭੋਜਨ ਯਾਨੀ ਪ੍ਰੋਟੈਕਟਿਵ ਫੂਡ। ਇਹ ਸਾਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਨੇ। ਇਹਨਾਂ ਤੋਂ ਇਲਾਵਾ 2 ਸਹਾਇਕ ਵੀ ਨੇ। ਪਹਿਲਾ ਹੈ ਰਫੇਜ, ਜੋ ਆਪਣੀ ਪਾਚਨ ਕਿਰਿਆ ਨੂੰ ਸਹੀ ਰੱਖਦਾ ਹੈ, ਤੇ ਦੂਜਾ ਹੈ ਪਾਣੀ, ਜੋ ਪੋਸ਼ਕ ਤੱਤਾਂ ਨੂੰ ਸੋਖਣ ਅਤੇ ਸਰੀਰ 'ਚੋਂ ਗੰਦਗੀ ਬਾਹਰ ਕੱਢਣ ਲਈ ਜ਼ਰੂਰੀ ਹੈ। ਅੱਛਾ, ਆਪਾਂ ਇਹ ਤਾਂ ਜਾਣ ਲਿਆ ਕਿ ਭੋਜਨ ਵਿੱਚ ਕੀ ਹੁੰਦਾ ਹੈ, ਪਰ ਸਵਾਲ ਇਹ ਹੈ ਕਿ ਆਪਾਂ ਇਸ ਦਾ ਪਤਾ ਕਿਵੇਂ ਲਗਾਈਏ? ਤੇ ਜੇਕਰ ਇਹਨਾਂ ਪੋਸ਼ਕ ਤੱਤਾਂ ਦੀ ਆਪਣੇ ਸਰੀਰ ਵਿੱਚ ਕਮੀ ਹੋ ਜਾਵੇ ਤਾਂ ਉਸ ਦੇ ਕੀ ਨਤੀਜੇ ਹੋ ਸਕਦੇ ਨੇ? ਚਲੋ ਦੇਖਦੇ ਹਾਂ। ਇਹਨਾਂ ਦੀ ਜਾਂਚ ਲਈ ਕੁਝ ਬਹੁਤ ਹੀ ਸੌਖੇ ਟੈਸਟਸ ਨੇ। ਜੋ ਸਟਾਰਚ ਦਾ ਪਤਾ ਲਗਾਉਣਾ ਹੋਵੇ ਤਾਂ ਭੋਜਨ ਤੇ ਤਨੂ ਆਇਓਡੀਨ ਕੋਲ ਯਾਨੀ ਡਿਲੂਟ ਆਇਓਡੀਨ ਸੋਲਿਊਸ਼ਨ ਦੀਆਂ ਕੁਝ ਬੂੰਦਾਂ ਪਾਓ। ਜੇਕਰ ਰੰਗ ਨੀਲਾ ਕਾਲਾ ਹੋ ਜਾਵੇ ਤਾਂ ਸਮਝੋ ਸਟਾਰਚ ਮੌਜੂਦ ਹੈ। ਪ੍ਰੋਟੀਨ ਲਈ ਭੋਜਨ ਦੇ ਪੇਸਟ ਵਿੱਚ 2 ਬੂੰਦਾਂ ਕਾਪਰ ਸਲਫੇਟ ਤੇ 10 ਬੂੰਦਾਂ ਕਾਸਟਿਕ ਸੋਡਾ ਮਿਲਾਓ। ਜੇਕਰ ਕੋਲ ਦਾ ਰੰਗ ਬੈਂਗਣੀ ਯਾਨੀ ਵਾਇਲਟ ਹੋ ਗਿਆ ਤਾਂ ਪ੍ਰੋਟੀਨ ਪੱਕਾ ਹੈ। ਤੇ ਚਰਬੀ ਦਾ ਟੈਸਟ ਦਾ ਸਭ ਤੋਂ ਸੌਖਾ ਹੈ। ਕਿਸੇ ਵੀ ਖਾਣ ਵਾਲੀ ਚੀਜ਼ ਨੂੰ ਕਾਗਜ਼ ਵਿੱਚ ਲਪੇਟ ਕੇ ਦਬਾਓ। ਜੇ ਕਾਗਜ਼ ਤੇ ਤੇਲ ਦਾ ਧੱਬਾ ਲੱਗ ਗਿਆ ਤਾਂ ਬਸ ਉਸ ਵਿੱਚ ਚਰਬੀ ਹੈ। ਜੇਕਰ ਲੰਮੇ ਸਮੇਂ ਤੱਕ ਕਿਸੇ ਪੋਸ਼ਕ ਤੱਤਵ ਦੀ ਕਮੀ ਰਹੇ ਤਾਂ ਉਸ ਕਮੀ ਨਾਲ ਹੋਣ ਵਾਲੇ ਰੋਗ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਡੈਫੀਸ਼ੀਐਂਸੀ ਡਿਜ਼ੀਜ਼ਸ ਕਹਿੰਦੇ ਨੇ, ਹੋ ਜਾਂਦੇ ਨੇ। ਜਿਵੇਂ ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਯਾਨੀ ਸਕਰਵੀ ਨਾਂ ਦੀ ਬਿਮਾਰੀ ਹੁੰਦੀ ਹੈ, ਜਿਸ ਵਿੱਚ ਮਸੂੜਿਆਂ 'ਚੋਂ ਖੂਨ ਵਗਦਾ ਹੈ।
ਇਸੇ ਤਰ੍ਹਾਂ ਵਿਟਾਮਿਨ ਡੀ ਦੀ ਕਮੀ ਨਾਲ ਬੱਚਿਆਂ ਦੀ ਹੱਡੀਆਂ ਨਰਮ ਹੋ ਜਾਂਦੀਆਂ ਨੇ, ਜਿਸ ਨੂੰ ਰਿਕੇਟਸ ਕਿਹਾ ਜਾਂਦਾ ਹੈ। ਆਇਓਡੀਨ ਦੀ ਕਮੀ ਨਾਲ ਗਲੇ ਦੀ ਗ੍ਰੰਥੀ ਸੁੱਜ ਜਾਂਦੀ ਹੈ, ਜਿਸ ਨੂੰ ਆਪਾਂ ਗਿੱਲੜ ਗੋਇਟਰ ਕਹਿੰਦੇ ਹਾਂ। ਤੇ ਆਇਰਨ ਦੀ ਕਮੀ ਨਾਲ ਐਨੀਮੀਆ ਹੋ ਜਾਂਦਾ ਹੈ, ਜਿਸ ਨਾਲ ਸਰੀਰ 'ਚੋਂ ਕਮਜ਼ੋਰੀ ਮਹਿਸੂਸ ਹੁੰਦੀ ਹੈ। ਪਰ ਸਿਰਫ ਸਹੀ ਭੋਜਨ ਖਾਣਾ ਹੀ ਕਾਫੀ ਨਹੀਂ ਹੁੰਦਾ, ਉਸ ਨੂੰ ਸਹੀ ਤਰੀਕੇ ਨਾਲ ਪਕਾਉਣਾ ਵੀ ਬਹੁਤ ਜ਼ਰੂਰੀ ਹੈ। ਜੇ ਆਪਾਂ ਸਬਜ਼ੀਆਂ ਨੂੰ ਛਿੱਲ ਕੇ ਧੋਂਦੇ ਹਾਂ ਜਾਂ ਚਾਵਲਾਂ ਤੇ ਦਾਲਾਂ ਨੂੰ ਬਾਰ-ਬਾਰ ਧੋਂਦੇ ਹਾਂ ਤਾਂ ਬਹੁਤ ਸਾਰੇ ਵਿਟਾਮਿਨ ਤੇ ਖਣਿਜ ਪਾਣੀ ਦੇ ਨਾਲ ਹੀ ਵਹਿ ਜਾਂਦੇ ਨੇ। ਖਾਸ ਕਰਕੇ ਇਹ ਗੱਲ ਯਾਦ ਰੱਖਿਓ ਕਿ ਵਿਟਾਮਿਨ ਸੀ ਗਰਮੀ ਨਾਲ ਬਹੁਤ ਜਲਦੀ ਖਤਮ ਹੋ ਜਾਂਦਾ ਹੈ। ਇਸ ਲਈ ਜਿਹੜੀਆਂ ਚੀਜ਼ਾਂ ਵਿੱਚ ਵਿਟਾਮਿਨ ਸੀ ਹੋਵੇ ਉਹਨਾਂ ਨੂੰ ਘੱਟ ਪਕਾਉਣਾ ਜਾਂ ਕੱਚਾ ਖਾਣਾ ਹੀ ਚੰਗਾ ਹੈ। ਤਾਂ ਆਪਾਂ ਦੇਖਿਆ ਕਿ ਭੋਜਨ ਤੋਂ ਪੋਸ਼ਕ ਤੱਤ ਕਿਵੇਂ ਲੈਣੇ ਨੇ, ਪਰ ਹੁਣ ਸਵਾਲ ਇਹ ਹੈ ਕਿ ਇਹ ਪੋਸ਼ਕ ਤੱਤ ਸਰੀਰ ਵਿੱਚ ਜਾਂਦੇ ਕਿੱਥੇ ਨੇ? ਇਹ ਜਾਂਦੇ ਨੇ ਆਪਣੇ ਸਰੀਰ ਦੀਆਂ ਉਹਨਾਂ ਛੋਟੀਆਂ-ਛੋਟੀਆਂ ਫੈਕਟਰੀਆਂ ਵਿੱਚ ਜੋ ਸਾਨੂੰ ਬਣਾਉਂਦੀਆਂ ਨੇ ਸਾਡੇ ਸੈੱਲ, ਜਿਸ ਨੂੰ ਅੰਗਰੇਜ਼ੀ ਵਿੱਚ ਸੈੱਲ ਕਹਿੰਦੇ ਨੇ, ਕਿਸੇ ਵੀ ਜਿਉਂਦੀ ਚੀਜ਼ ਦੀ ਸਭ ਤੋਂ ਛੋਟੀ ਇਕਾਈ ਹੈ। ਇਸ ਨੂੰ ਸਮਝਣ ਲਈ ਇਸ ਨੂੰ ਇੱਕ ਫੈਕਟਰੀ ਸਮਝੋ। ਸੈੱਲ ਛਿੱਲੀ ਸੈੱਲ ਮੈਂਬਰੇਨ ਇਸ ਫੈਕਟਰੀ ਦਾ ਗੇਟਕੀਪਰ ਹੈ, ਜੋ ਤੈਅ ਕਰਦਾ ਹੈ ਕਿ ਕੀ ਅੰਦਰ ਆਵੇਗਾ ਤੇ ਕੀ ਬਾਹਰ ਜਾਵੇਗਾ। ਪੌਦਿਆਂ ਵਿੱਚ ਇਸ ਦੇ ਬਾਹਰ ਇੱਕ ਹੋਰ ਮਜ਼ਬੂਤ ਦੀਵਾਰ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਸੈੱਲ ਦੀਵਾਰ ਸੈੱਲ ਵਾਲ। ਫੈਕਟਰੀ ਦਾ ਕੰਟਰੋਲ ਰੂਮ ਹੈ ਨਿਊਕਲੀਅਸ ਅਤੇ ਬਾਕੀ ਸਾਰੀ ਮਸ਼ੀਨਰੀ ਇੱਕ ਜਲੀ ਵਰਗੇ ਪਦਾਰਥ ਵਿੱਚ ਕੰਮ ਕਰਦੀ ਹੈ, ਜਿਸ ਨੂੰ ਸਾਈਟੋਪਲਾਜ਼ਮ ਕਹਿੰਦੇ ਨੇ। ਪ੍ਰੀਖਿਆ ਦੇ ਨਜ਼ਰੀਏ ਤੋਂ ਪੌਦੇ ਅਤੇ ਜਾਨਵਰਾਂ ਦੇ ਸੈੱਲ ਵਿੱਚ 3 ਮੁੱਖ ਫਰਕ ਯਾਦ ਰੱਖਣੇ ਬਹੁਤ ਜ਼ਰੂਰੀ ਨੇ। ਪਹਿਲਾ, ਸੈੱਲ ਦੀਵਾਰ ਸੈੱਲ ਵਾਲ ਸਿਰਫ ਪੌਦਿਆਂ ਵਿੱਚ ਹੁੰਦੀ ਹੈ। ਦੂਜਾ, ਕਲੋਰੋਪਲਾਸਟ ਵੀ ਸਿਰਫ ਪੌਦਿਆਂ ਵਿੱਚ ਹੁੰਦਾ ਹੈ। ਇਹੀ ਉਹ ਹਿੱਸਾ ਹੈ ਜੋ ਸੂਰਜ ਦੀ ਰੋਸ਼ਨੀ ਤੋਂ ਭੋਜਨ ਬਣਾਉਂਦਾ ਹੈ। ਤੇ ਤੀਸਰਾ ਫਰਕ ਹੈ ਵੈਕਿਊਲ। ਪੌਦਿਆਂ ਵਿੱਚ ਇੱਕ ਬਹੁਤ ਵੱਡਾ ਵੈਕਿਊਲ ਹੁੰਦਾ ਹੈ, ਜਦਕਿ ਜਾਨਵਰਾਂ ਦੇ ਸੈੱਲਾਂ ਵਿੱਚ ਇਹ ਜਾਂ ਤਾਂ ਬਹੁਤ ਛੋਟਾ ਹੁੰਦਾ ਹੈ ਜਾਂ ਹੁੰਦਾ ਹੀ ਨਹੀਂ। ਸੈੱਲਾਂ ਦੀ ਇਸ ਦੁਨੀਆ ਤੋਂ ਬਾਹਰ ਇੱਕ ਹੋਰੀ ਅਦਿੱਖ ਦੁਨੀਆ ਹੈ, ਉਹਨਾਂ ਜੀਵਾਂ ਦੀ ਜਿਨ੍ਹਾਂ ਨੂੰ ਆਪਾਂ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਇਹ ਨੇ ਸੂਖਮ ਜੀਵ ਮਾਈਕਰੋ ਆਰਗੇਨਿਜ਼ਮਸ ਜਾਂ ਮਾਈਕਰੋਬਸ। ਇਹਨਾਂ ਵਿੱਚੋਂ ਕੁਝ ਆਪਣੇ ਦੋਸਤ ਨੇ ਤੇ ਕੁਝ ਦੁਸ਼ਮਣ। ਆਪਣੇ ਦੋਸਤਾਂ ਵਿੱਚ ਇੱਕ ਬੈਕਟੀਰੀਆ ਹੈ ਲੈਕਟੋਬੈਸਿਲਸ, ਜੋ ਦੁੱਧ ਨੂੰ ਦਹੀਂ ਬਣਾਉਂਦਾ ਹੈ। ਖਮੀਰ ਯੀਸਟ ਫਰਮੈਂਟੇਸ਼ਨ ਦੀ ਪ੍ਰਕਿਰਿਆ ਰਾਹੀਂ ਬ੍ਰੈਡ ਤੇ ਕੇਕ ਬਣਾਉਣ ਵਿੱਚ ਮਦਦ ਕਰਦਾ ਹੈ। ਦੂਜੇ ਪਾਸੇ ਕੁਝ ਸੂਖਮ ਜੀਵ ਆਪਣੇ ਦੁਸ਼ਮਣ ਨੇ, ਜੋ ਬਿਮਾਰੀਆਂ ਫੈਲਾਉਂਦੇ ਨੇ। ਵਾਇਰਸ ਨਾਲ ਪੋਲੀਓ ਤੇ ਕੋਵਿਡ-19 ਹੁੰਦਾ ਹੈ, ਬੈਕਟੀਰੀਆ ਨਾਲ ਟਾਈਫਾਈਡ ਤੇ ਟੀਬੀ। ਪ੍ਰੋਟੋਜ਼ੋਆ ਮਲੇਰੀਆ ਦਾ ਕਾਰਨ ਬਣਦਾ ਹੈ ਤੇ ਫੰਗੀ ਨਾਲ ਦਾਦ ਵਰਗੀਆਂ ਚਮੜੀ ਦੀਆਂ ਬਿਮਾਰੀਆਂ ਹੁੰਦੀਆਂ ਨੇ। ਕਿਉਂਕਿ ਹਾਨੀਕਾਰਕ ਰੋਗਾਣੂ ਭੋਜਨ ਨੂੰ ਖਰਾਬ ਕਰ ਸਕਦੇ ਨੇ, ਇਸ ਲਈ ਆਪਾਂ ਭੋਜਨ ਦੀ ਸਾਂਭ ਸੰਭਾਲ ਫੂਡ ਪ੍ਰੀਜ਼ਰਵੇਸ਼ਨ ਕਰਦੇ ਹਾਂ। ਦੁੱਧ ਨੂੰ ਬਚਾਉਣ ਲਈ ਲੂਈ ਪਾਸਚਰ ਨੇ ਇੱਕ ਬਹੁਤ ਵਧੀਆ ਤਰੀਕਾ ਲੱਭਿਆ, ਜਿਸ ਨੂੰ ਪਾਸਚਰਾਈਜ਼ੇਸ਼ਨ ਕਹਿੰਦੇ ਨੇ। ਇਸ ਵਿੱਚ ਦੁੱਧ ਨੂੰ ਥੋੜੇ ਸਮੇਂ ਲਈ ਤੇਜ਼ ਗਰਮ ਕਰਕੇ ਫਟਾਫਟ ਠੰਡਾ ਕਰ ਦਿੱਤਾ ਜਾਂਦਾ ਹੈ। ਇਸ ਨਾਲ ਜ਼ਿਆਦਾਤਰ ਹਾਨੀਕਾਰਕ ਬੈਕਟੀਰੀਆ ਮਰ ਜਾਂਦੇ ਨੇ। ਇਸੇ ਤਰ੍ਹਾਂ ਨਮਕ ਤੇ ਚੀਨੀ ਵੀ ਭੋਜਨ 'ਚੋਂ ਨਮੀ ਸੋਖ ਕੇ ਉਸ ਨੂੰ ਖਰਾਬ ਹੋਣ ਤੋਂ ਬਚਾਉਂਦੇ ਨੇ। ਆਪਣੇ ਸੈੱਲਾਂ ਨੂੰ ਕੰਮ ਕਰਨ ਲਈ ਲਗਾਤਾਰ ਊਰਜਾ ਚਾਹੀਦੀ ਹੁੰਦੀ ਹੈ। ਇਹ ਊਰਜਾ ਕਿਵੇਂ ਬਣਦੀ ਹੈ ਤੇ ਪੋਸ਼ਕ ਤੱਤ ਸਰੀਰ ਦੇ ਹਰ ਕੋਨੇ ਤੱਕ ਕਿਵੇਂ ਪਹੁੰਚਦੇ ਨੇ? ਇਹ ਜੀਵਨ ਦੇ ਇੰਜਨ ਦਾ ਕੰਮ ਹੈ। ਚਲੋ ਇਸ ਨੂੰ ਸਮਝਦੇ ਹਾਂ। ਇਹ ਊਰਜਾ ਇੱਕ ਪ੍ਰਕਿਰਿਆ ਰਾਹੀਂ ਬਣਦੀ ਹੈ, ਜਿਸ ਨੂੰ ਸਾਹ ਕਿਰਿਆ ਰੈਸਪੀਰੇਸ਼ਨ ਕਹਿੰਦੇ ਨੇ। ਇਹ 2 ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਹੈ ਵਾਯਵੀ ਸਾਹ, ਅੰਗਰੇਜ਼ੀ ਵਿੱਚ ਐਰੋਬਿਕ ਰੈਸਪੀਰੇਸ਼ਨ, ਜੋ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ ਤੇ ਬਹੁਤ ਸਾਰੀ ਊਰਜਾ ਬਣਾਉਂਦੀ ਹੈ। ਦੂਜੀ ਹੈ ਅਵਾਯਵੀ ਸਾਹ ਐਨਐਰੋਬਿਕ ਰੈਸਪੀਰੇਸ਼ਨ, ਜੋ ਆਕਸੀਜਨ ਤੋਂ ਬਿਨਾਂ ਹੁੰਦੀ ਹੈ ਤੇ ਘੱਟ ਊਰਜਾ ਬਣਾਉਂਦੀ ਹੈ। ਇੱਕ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਆਪਾਂ ਬਹੁਤ ਤੇਜ਼ ਦੌੜਦੇ ਹਾਂ ਤਾਂ ਆਪਣੀਆਂ ਮਾਸਪੇਸ਼ੀਆਂ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਤੇ ਉਹ ਵੀ ਥੋੜੇ ਸਮੇਂ ਲਈ ਐਨਐਰੋਬਿਕ ਰੈਸਪੀਰੇਸ਼ਨ ਕਰਨ ਲੱਗਦੀਆਂ ਨੇ। ਇਸ ਨਾਲ ਲੈਕਟਿਕ ਐਸਿਡ ਬਣਦਾ ਹੈ, ਜਿਸ ਕਰਕੇ ਆਪਣੀਆਂ ਮਾਸਪੇਸ਼ੀਆਂ ਵਿੱਚ ਕੜਲ ਮਸਲ ਕ੍ਰੈਂਪਸ ਪੈ ਜਾਂਦੇ ਨੇ। ਕੁਦਰਤ ਨੇ ਕਿੰਨੇ ਕਮਾਲ ਦੇ ਢੰਗ ਬਣਾਏ ਨੇ। ਵੱਖ-ਵੱਖ ਜੀਵਾਂ ਨੇ ਆਕਸੀਜਨ ਲੈਣ ਲਈ ਵੱਖੋ-ਵੱਖਰੇ ਤਰੀਕੇ ਬਣਾਏ ਹੋਏ ਨੇ। ਆਪਾਂ ਇਨਸਾਨ ਫੇਫੜਿਆਂ ਲੰਗਸ ਨਾਲ ਸਾਹ ਲੈਂਦੇ ਹਾਂ। ਮੱਛੀ ਪਾਣੀ ਵਿੱਚ ਘੁਲੀ ਆਕਸੀਜਨ ਨੂੰ ਗਲਫੜਿਆਂ ਗਿਲਜ਼ ਰਾਹੀਂ ਲੈਂਦੀ ਹੈ। ਗੰਡੋਆ ਆਪਣੀ ਗਿੱਲੀ ਚਮੜੀ ਰਾਹੀਂ ਸਾਹ ਲੈਂਦਾ ਹੈ। ਕਾਕਰੋਚ ਵਰਗੇ ਕੀੜਿਆਂ ਦੇ ਸਰੀਰ ਤੇ ਛੋਟੇ ਛੇਕ ਹੁੰਦੇ ਨੇ, ਜਿਨ੍ਹਾਂ ਨੂੰ ਸਪਾਇਰਕਲਸ ਕਹਿੰਦੇ ਨੇ। ਤੇ ਪੌਦੇ ਆਪਣੇ ਪੱਤਿਆਂ ਤੇ ਮੌਜੂਦ ਬਰੀਕ ਛੇਕਾਂ ਸਟੋਮੈਟਾ ਕਹਿੰਦੇ ਨੇ, ਰਾਹੀਂ ਗੈਸਾਂ ਦਾ ਆਦਾਨ ਪ੍ਰਦਾਨ ਕਰਦੇ ਨੇ।
ਆਕਸੀਜਨ ਤੇ ਪੋਸ਼ਕ ਤੱਤਾਂ ਨੂੰ ਹਰ ਸੈੱਲ ਤੱਕ ਪਹੁੰਚਾਉਣ ਲਈ ਇੱਕ ਟਰਾਂਸਪੋਰਟ ਸਿਸਟਮ ਚਾਹੀਦਾ ਹੁੰਦਾ ਹੈ। ਮਨੁੱਖਾਂ ਵਿੱਚ ਇਹ ਕੰਮ ਖੂਨ ਸੰਚਾਰ ਪ੍ਰਣਾਲੀ ਯਾਨੀ ਸਰਕੂਲੇਟਰੀ ਸਿਸਟਮ ਕਰਦੀ ਹੈ। ਖੂਨ ਵਿੱਚ ਆਰਬੀਸੀ ਆਕਸੀਜਨ ਦੀ ਢੋਆ-ਢੁਆਈ ਕਰਦੇ ਨੇ, ਡਬਲਿਊਬੀਸੀ ਬਿਮਾਰੀਆਂ ਨਾਲ ਲੜਨ ਵਾਲੇ ਸਿਪਾਹੀ ਨੇ ਤੇ ਪਲੇਟਲੈਟਸ ਸੱਟ ਲੱਗਣ ਤੇ ਖੂਨ ਰੋਕਦੇ ਨੇ। ਪੌਦਿਆਂ ਵਿੱਚ ਦੋ ਖਾਸ ਪਾਈਪਾਂ ਹੁੰਦੀਆਂ ਨੇ। ਇਸ ਨੂੰ ਯਾਦ ਰੱਖਣ ਦੀ ਇੱਕ ਸੌਖੀ ਟ੍ਰਿਕ ਹੈ, ਜ ਤੋਂ ਜ਼ਾਈਲਮ ਜ ਤੋਂ ਜਲ। ਇਹ ਪਾਣੀ ਨੂੰ ਜੜ੍ਹਾਂ ਤੋਂ ਪੱਤਿਆਂ ਤੱਕ ਪਹੁੰਚਾਉਂਦਾ ਹੈ ਤੇ ਫ ਤੋਂ ਫਲੋਇਮ ਫ ਤੋਂ ਫੂਡ ਇਹ ਪੱਤਿਆਂ ਵਿੱਚ ਬਣੇ ਭੋਜਨ ਨੂੰ ਪੌਦੇ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਆਪਣੀ ਯਾਤਰਾ ਦੇ ਆਖਰੀ ਪੜਾਅ 'ਚ ਆਪਾਂ ਉਸ ਪ੍ਰਕਿਰਿਆ ਬਾਰੇ ਜਾਣਾਂਗੇ ਜਿਸ ਨਾਲ ਜੀਵ ਆਪਣੀ ਹੋਂਦ ਨੂੰ ਬਰਕਰਾਰ ਰੱਖਦੇ ਨੇ ਤੇ ਆਪਣੀ ਪੀੜ੍ਹੀ ਨੂੰ ਅੱਗੇ ਵਧਾਉਂਦੇ ਨੇ। ਇਹ ਪ੍ਰਕਿਰਿਆ ਹੈ ਪ੍ਰਜਨਨ ਯਾਨੀ ਰੀਪਰੋਡਕਸ਼ਨ। ਜੀਵਨ ਨੂੰ ਅੱਗੇ ਵਧਾਉਣ ਦੇ ਮੁੱਖ ਤੌਰ ਤੇ ਦੋ ਤਰੀਕੇ ਨੇ। ਪਹਿਲਾ ਹੈ ਅਲਿੰਗੀ ਪ੍ਰਜਨਨ, ਅੰਗਰੇਜ਼ੀ ਵਿੱਚ ਏਸੈਕਸ਼ੂਅਲ ਰੀਪਰੋਡਕਸ਼ਨ, ਜਿਸ ਵਿੱਚ ਸਿਰਫ ਇੱਕ ਜੀਵ ਹੀ ਆਪਣੇ ਵਰਗਾ ਨਵਾਂ ਜੀਵ ਪੈਦਾ ਕਰ ਸਕਦਾ ਹੈ, ਜਿਵੇਂ ਗੁਲਾਬ ਦੀ ਕਲਮ ਤੋਂ ਨਵਾਂ ਪੌਦਾ ਉਗਦਾ ਹੈ। ਦੂਜਾ ਹੈ ਲਿੰਗੀ ਪ੍ਰਜਨਨ ਯਾਨੀ ਸੈਕਸ਼ੂਅਲ ਰੀਪਰੋਡਕਸ਼ਨ, ਜਿਸ ਵਿੱਚ ਨਰ ਤੇ ਮਾਦਾ ਦੋਵਾਂ ਦੀ ਲੋੜ ਹੁੰਦੀ ਹੈ। ਜਾਨਵਰਾਂ ਵਿੱਚ ਜਿਹੜੇ ਜੀਵ ਸਿੱਧੇ ਬੱਚਿਆਂ ਨੂੰ ਜਨਮ ਦਿੰਦੇ ਨੇ ਉਹਨਾਂ ਨੂੰ ਵਿਵੀਪੈਰਸ ਯਾਨੀ ਵਿਵੀਪੈਰਸ ਕਹਿੰਦੇ ਨੇ, ਜਿਵੇਂ ਮਨੁੱਖ, ਤੇ ਜਿਹੜੇ ਆਂਡੇ ਦਿੰਦੇ ਨੇ ਉਹਨਾਂ ਨੂੰ ਓਵੀਪੈਰਸ ਯਾਨੀ ਓਵੀਪੈਰਸ ਕਹਿੰਦੇ ਨੇ, ਜਿਵੇਂ ਪੰਛੀ। ਇੱਥੇ ਇੱਕ ਬਹੁਤ ਹੀ ਦਿਲਚਸਪ ਤੱਥ ਹੈ, ਪੌਦਿਆਂ ਵਿੱਚ ਲਿੰਗੀ ਪ੍ਰਜਨਨ ਤੋਂ ਬਾਅਦ ਫੁੱਲ ਦਾ ਅੰਡਕੋਸ਼ ਯਾਨੀ ਓਵਰੀ ਫਲ ਵਿੱਚ ਬਦਲ ਜਾਂਦਾ ਹੈ ਤੇ ਅੰਡਾਣੂ ਯਾਨੀ ਓਵਿਊਲਸ ਬੀਜ ਬਣ ਜਾਂਦੇ ਨੇ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਜੋ ਸੇਬ ਆਪਾਂ ਖਾਂਦੇ ਹਾਂ ਉਹ ਅਸਲ ਵਿੱਚ ਪੌਦੇ ਦਾ ਪੱਕਿਆ ਹੋਇਆ ਅੰਡਕੋਸ਼ ਹੀ ਹੈ ਨਾ ਕਮਾਲ ਦੀ ਗੱਲ। ਕੁਝ ਜਾਨਵਰਾਂ ਵਿੱਚ ਵਿਕਾਸ ਦੀ ਇੱਕ ਜਾਦੂਈ ਪ੍ਰਕਿਰਿਆ ਹੁੰਦੀ ਹੈ ਜਿਸ ਨੂੰ ਰੂਪਾਂਤਰਣ ਯਾਨੀ ਮੈਟਾਮੋਰਫੋਸਿਸ ਕਹਿੰਦੇ ਨੇ। ਇਸ ਵਿੱਚ ਇੱਕ ਜੀਵ ਆਪਣੇ ਜੀਵਨ ਕਾਲ ਵਿੱਚ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ ਇੱਕ ਛੋਟੇ ਜਿਹੇ ਟੈਡਪੋਲ ਦਾ ਪਾਣੀ ਵਿੱਚ ਤੈਰਨ ਤੋਂ ਲੈ ਕੇ ਇੱਕ ਡੱਡੂ ਵਿੱਚ ਬਦਲ ਜਾਣਾ ਜੋ ਧਰਤੀ ਤੇ ਛਾਲਾ ਮਾਰਦਾ ਹੈ। ਇਹ ਸੱਚਮੁੱਚ ਇੱਕ ਸ਼ਾਨਦਾਰ ਬਦਲਾਵ ਹੈ। ਤਾਂ ਆਓ ਇੱਕ ਨਜ਼ਰ ਮਾਰੀਏ ਕਿ ਆਪਾਂ ਇਸ ਸਫ਼ਰ ਵਿੱਚ ਕੀ ਸਿੱਖਿਆ। ਆਪਾਂ ਭੋਜਨ ਦੀ ਪਲੇਟ ਤੋਂ ਸ਼ੁਰੂ ਕੀਤਾ ਤੇ ਜਾਣਿਆ ਕਿ ਇਸ ਦੇ 2 ਮੁੱਖ ਸਰੋਤ ਤੇ 5 ਮੁੱਖ ਹਿੱਸੇ ਨੇ। ਆਪਾਂ ਦੇਖਿਆ ਕਿ ਇਹਨਾਂ ਦੀ ਕਮੀ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ। ਫਿਰ ਆਪਾਂ ਜੀਵਨ ਦੀ ਸਭ ਤੋਂ ਛੋਟੀ ਇਕਾਈ ਸੈੱਲ ਨੂੰ ਸਮਝਿਆ। ਆਪਾਂ ਸੁਖਨ ਜੀਵਾਂ ਦੀ ਦੁਨੀਆ ਦੀ ਖੋਜ ਕੀਤੀ ਜਿਹੜੇ ਦੋਸਤ ਵੀ ਨੇ ਤੇ ਦੁਸ਼ਮਣ ਵੀ। ਆਪਾਂ ਸਿੱਖਿਆ ਕਿ ਸਾਹ ਕਿਰਿਆ ਊਰਜਾ ਕਿਵੇਂ ਪੈਦਾ ਕਰਦੀ ਹੈ ਤੇ ਅਖੀਰ ਵਿੱਚ ਆਪਾਂ ਦੇਖਿਆ ਕਿ ਪ੍ਰਜਨਨ ਰਾਹੀਂ ਜੀਵਨ ਅੱਗੇ ਕਿਵੇਂ ਵੱਧਦਾ ਹੈ। ਇਹ ਸਾਰੀ ਚਰਚਾ ਸਾਨੂੰ ਇੱਕ ਬਹੁਤ ਹੀ ਡੂੰਘੇ ਸਵਾਲ ਤੇ ਛੱਡ ਜਾਂਦੀ ਹੈ। ਆਪਾਂ ਵਾਇਰਸ ਦਾ ਜ਼ਿਕਰ ਕੀਤਾ ਜਿਸ ਨੂੰ ਵਿਗਿਆਨੀ ਜੀਵਿਤ ਤੇ ਨਿਰਜੀਵ ਦੇ ਵਿਚਕਾਰ ਦੀ ਕੜੀ ਮੰਨਦੇ ਨੇ। ਇਹ ਇੱਕ ਮੇਜ਼ਬਾਨ ਯਾਨੀ ਹੋਸਟ ਦੇ ਸਰੀਰ ਤੋਂ ਬਾਹਰ ਇੱਕ ਬੇਜਾਨ ਕਣ ਵਰਗਾ ਹੁੰਦਾ ਹੈ, ਪਰ ਜਿਵੇਂ ਹੀ ਇਹ ਕਿਸੇ ਸੈੱਲ ਦੇ ਅੰਦਰ ਦਾਖਲ ਹੁੰਦਾ ਹੈ ਇਹ ਜਿਉਂਦਾ ਹੋ ਜਾਂਦਾ ਹੈ। ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਜੀਵਨ ਦੀ ਇਸ ਗੁੰਝਲਦਾਰ ਪਰਿਭਾਸ਼ਾ ਵਿੱਚ ਇੱਕ ਵਾਇਰਸ ਅਸਲ ਵਿੱਚ ਕਿੱਥੇ ਫਿੱਟ ਹੁੰਦਾ ਹੈ। ਇਹ ਇੱਕ ਅਜਿਹਾ ਸਵਾਲ ਹੈ ਜੋ ਅੱਜ ਵੀ ਵਿਗਿਆਨੀਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ।